ਸ਼ਬਰ ਤਖਤ ਦੇ ਮਾਲਕ ਸ਼ਬਦ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਇਤ ਤੰਦਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਸਾਜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਜੋ ਚਿਰਾਂ ਤੋਂ ਚੱਲ ਰਹੀ ਲੜੀਵਾਰ ਵਿਚਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਜੋ ਆਪਾਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ, ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਸੰਪੂਰਨ ਹੋ ਜਾਵੇ। ਨਿੱਤ ਦੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾੜਿਆਂ ਸਾੜਿਆਂ ਤੋਂ ਫਿਕਰਾਂ ਚਿੰਤਾਵਾਂ ਤੋਂ ਬਚ ਜਾਈ, ਜਮਾਂ ਦੀ ਮਾਰ ਤੋਂ ਬਚ ਜਾਈਏ। ਆਹ ਸੁਣਦੇ ਦੇਖਦੇ ਆ ਰਹੇ ਜੋ ਆਪਾਂ ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਨਖਿੱਧ 84 ਲੱਖ ਜੂਨੀਆਂ, ਉਹਨਾਂ ਤੋਂ ਵੀ ਆਪਣਾ ਬਚਾਅ ਹੋ ਜਾਵੇ। ਪਾਤਸ਼ਾਹ ਕੋਈ ਨਾ ਕੋਈ ਢੰਗ ਤਰੀਕਾ ਬਖਸ਼ ਕੇ ਸਾਨੂੰ ਨਵੀਂ ਤੋਂ ਨਵੀਂ ਵਿਚਾਰ ਦੇ ਨਾਲ ਜੋੜ ਕੇ ਦਰਅਸਲ ਚਾਹੁੰਦੇ ਕਿ ਮਾਨਵਤਾ ਦਾ ਭਲਾ ਹੋ ਜਾਵੇ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਵੀ ਉਹਨਾਂ ਇਕੱਲਾ ਚਾਹਿਆ ਹੀ ਨਹੀਂ, ਇੱਕ ਥਾਂ ਬੈਠ ਕੇ ਨਹੀਂ ਉਪਦੇਸ਼ ਦਿੱਤਾ ਉਹਨਾਂ ਨੇ, ਬਲਕਿ ਉਹਨਾਂ ਨੇ ਸਾਰਾ ਜੀਵਨ ਆਪਦਾ ਜਿਹੜਾ ਸੀ ਤਕਰੀਬਨ ਬਹੁਤ ਹਿੱਸਾ ਕਈ ਸਾਲ ਉਹਨਾਂ ਨੇ ਉਹਨਾਂ ਜਗ੍ਹਾ ਤੇ ਜਾ ਕੇ ਉਪਦੇਸ਼ ਦਿੱਤਾ ਜਿੱਥੋਂ ਆਮ ਹੁਕਮ ਕਹਿ ਦਈਏ ਜਾਂ ਗਿਆਨ ਵੰਡਿਆ ਜਾਂਦਾ ਸੀ। ਜੇ ਬਾਬਰ ਨੂੰ ਗਿਆਨ ਦੇਣਾ ਸੀ ਤੇ ਅਹਿਮਦਾਬਾਦ ਜਾ ਪਹੁੰਚੇ, ਜੇ ਕੌਡੇ ਦਾਸ ਨੂੰ ਗਿਆਨ ਦੇਣਾ ਸੀ ਉੱਥੇ ਜਾ ਪਹੁੰਚੇ। ਸੱਜਣ ਠੱਗ ਜਿਹੜਾ ਸੀ, ਅਸੀਂ ਠੱਗ ਕਹਿੰਦੇ ਆ, ਧੰਨ ਗੁਰੂ ਨਾਨਕ ਸਾਹਿਬ ਠੱਗ ਨਹੀਂ ਕਿਹਾ। ਵੈਸੇ ਉਹ ਆਇਆ ਠੱਗੀਆਂ ਵਿੱਚ, ਠੱਗੀਆਂ ਮਾਰਦਾ ਸੀ ਨਾ, ਤੇ ਠੱਗਾਂ ਵਿੱਚ ਸ਼ਾਮਿਲ ਹੋ ਗਿਆ, ਪਰ ਧੰਨ ਗੁਰੂ ਨਾਨਕ ਠੱਗ ਨੇ ਉਹਨੂੰ ਕਿਹਾ। ਸੱਜਣ ਉਹਦਾ ਨਾਮ ਸੀ ਤੇ ਸੱਜਣ ਹੀ ਪਾਤਸ਼ਾਹ ਨੇ ਉਹਨੂੰ ਕਿਹਾ, ਠੱਗ ਨਹੀਂ ਕਿਹਾ। ਠੱਗ ਤੇ ਸਾਡੀ ਆਮ ਇੱਕ ਰਵਾਜਨ ਬੋਲੀ ਹੈ, ਜਿਹੜਾ ਇਹ ਰੱਬੇ ਕਰਦ ਨੂੰ ਠੱਗ ਕਹਿੰਦੇ ਵੀ ਤੇ ਠੱਗੀਆਂ ਮਾਰਦਾ ਫਿਰਦਾ ਵੀ। ਠੱਗੀਆਂ ਕੀ ਮਾਰਦਾ ਸੀ ਕਿ ਧਰਮ ਦੇ ਨਾਂ ਤੇ ਅੱਜ ਵੀ ਹੋ ਰਹੀ ਗੱਲ, ਅੱਜ ਵੀ ਵਿਚਾਰ ਕੇ ਦੇਖ ਲੈਣਾ, ਧਰਮ ਦੇ ਨਾਮ ਤੇ ਜਿੰਨੀ ਅੱਜ ਠੱਗੀ ਸਾ ਜਾਣੋ ਕਦੇ ਇੰਨੀ ਪਹਿਲਾਂ ਨਹੀਂ ਸੀ। ਪਹਿਲਾਂ ਲੋਕ ਧਰਮ ਨੂੰ ਕਮਾਉਂਦੇ ਸੀ, ਧਰਮ ਕਰਕੇ ਕੂਕਦੇ ਨਹੀਂ ਸੀ, ਧਰਮ ਨੂੰ ਕਮਾਉਂਦੇ ਸੀ। ਅੱਜ ਧਰਮ ਦੇ ਨਾਂ ਤੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਵੱਡੀਆਂ ਠੱਗੀਆਂ ਵੱਜ ਰਹੀਆਂ ਨੇ। ਉਹਨੂੰ ਅਸੀਂ ਠੱਗੀ ਕਹਾਂਗੇ ਨਾ। ਇਸ ਗੱਲ ਨੂੰ ਗੁਰਦਾਸ ਨੇ ਫਿਰ ਵੀ ਉਹਨੂੰ ਮਾੜਾ ਨਹੀਂ ਕਿਹਾ, ਫਿਰ ਵੀ ਉਹਨੂੰ ਸੱਜਣ ਕਿਹਾ, ਕਹਿ ਕੇ ਪੁਕਾਰਿਆ।
ਉਹਨੂੰ ਸਿੱਧੇ ਰਸਤੇ ਲਾਉਣ ਵਾਸਤੇ, ਉਹਨੂੰ ਜਨਮ ਮਰਨ ਤੋਂ ਬਚਾਉਣ ਵਾਸਤੇ, ਜਮਾਂ ਦੀ ਮਾਰ ਤੋਂ ਬਚਾਉਣ ਵਾਸਤੇ ਤਰਸ ਆ ਗਿਆ ਵੀ ਇਹ ਪਤਾ ਨਹੀਂ ਕਿੰਨੇ ਜਨਮ ਫਿਰ ਦੁੱਖ ਸਹਾਰਦਾ ਰਹੂਗਾ। ਜਦ ਉਹਦਾ ਠੱਗੀਆਂ ਵਾਲਾ ਕਰਮ ਦੇਖਿਆ, ਧੰਨ ਗੁਰੂ ਨਾਨਕ ਸਾਹਿਬ ਨੇ ਉਹਦੇ ਕੋਲ ਪਹੁੰਚ ਗਏ, ਉਹਨੂੰ ਜਾ ਕੇ ਸੱਚ ਦਾ ਉਪਦੇਸ਼ ਦਿੱਤਾ। ਸੱਚ ਦਾ ਉਪਦੇਸ਼ ਦੇ ਕੇ ਉਹਨੂੰ ਸੱਚ ਦੇ ਮਾਰਗ ਤੇ ਲਾਇਆ। ਭਾਵ ਇਹਦਾ ਕਹੀ ਕਿ ਰੱਬ ਦੇ ਨਾਲ ਜੁੜਨ ਦਾ ਤਰੀਕਾ ਦੱਸਦਾ। ਇੱਕ ਗੱਲ ਮੈਂ ਥੋੜ੍ਹੀ ਜਿਹੀ ਕਹਿ ਦੇਵਾਂ, ਅਸੀਂ ਸਾਡਾ ਸਾਰਾ ਸੰਸਾਰ ਜਿੰਨੇ ਰਾਗੀ ਢਾਡੀ ਪ੍ਰਚਾਰਕ ਵਿੱਚੇ ਮੇਰੇ ਵਰਗੇ ਆ ਗਏ। ਚਲੋ ਆਪਾਂ ਤਾਂ ਕਿਸੇ ਗਿਣਤੀ 'ਚ ਨਹੀਂ। ਇੱਕ ਗੱਲ ਤੇ ਬੜਾ ਜ਼ੋਰ ਦਿੱਤਾ ਜਾਂਦਾ ਹੈ, ਕਿਹੜੀ ਤੇ? ਕਿ ਅਸੀਂ ਰੱਬ ਨਾਲੋਂ ਵਿਛੜੇ ਹਾਂ। ਜਿੱਦਾਂ ਹੁਣ ਮੈਂ ਵੀ ਕਹਿਤਾ ਨਾ ਵੀ ਰੱਬ ਨਾਲ ਜੋੜ ਦਿੱਤਾ। ਇੱਕ ਗੱਲ ਯਾਦ ਰੱਖਣ ਵਾਲੀ ਪਿਆਰਿਓ, ਰੱਬ ਦੇ ਨਾਲ ਕੋਈ ਜੋੜ ਨਹੀਂ ਸਕਦਾ। ਰੱਬ ਨਾਲ ਸਭ ਜੁੜੇ ਹੋਏ, ਰੱਬ ਦੇ ਨਾਲ ਜੁੜੇ ਹੋਏ। ਰੱਬ ਨਾਲੋਂ ਕੋਈ ਵਿਛੜਿਆ ਨਹੀਂ। 84 ਲੱਖ ਜੂਨ ਦਾ ਕੋਈ ਜੀਵ ਜਿਹੜਾ ਹੈ ਨਾ, ਕੋਈ ਰੱਬ ਨਾਲੋਂ ਦਾ ਕੋਈ ਵਿਛੋੜਾ ਨਹੀਂ ਪਿਆ। ਇੱਕ ਗੱਲ ਜਿਹੜੀ ਪ੍ਰਚਲਿਤ ਹੋ ਜਾਂਦੀ ਨਾ ਆਮ ਤੌਰ ਤੇ ਸੰਸਾਰ ਵਿੱਚ, ਉਹ ਬਹੁਤ ਚਿਰ ਜਾ ਕੇ ਉਹਦੀ ਲੰਬੀ ਹੋਂਦ ਹੁੰਦੀ, ਲੰਬੀ ਉਮਰ ਹੁੰਦੀ ਉਹਦੀ ਉਸ ਸ਼ਬਦ ਦੀ। ਆਪਾਂ ਇੱਕ ਵਿਚਾਰ ਕਰੀਏ ਸਾਂਝੀ ਜੀ ਵੀ ਰੱਬ ਸਾਡੇ ਨੂੰ ਕਦੋਂ ਵਿਛੜਿਆ ਸੀ, ਅਸੀਂ ਰੱਬ ਨਾਲੋਂ ਕਦੋਂ ਵਿਛੜੇ। ਸਮਝਣ ਵਾਲੀ ਗੱਲ ਗੁਰੂ ਪਿਆਰਿਓ, ਨਾ ਤੇ ਅਸੀਂ ਰੱਬ ਸਾਡੇ ਨਾਲੋਂ ਵਿਛੜਿਆ, ਨਾ ਅਸੀਂ ਰੱਬ ਨਾਲੋਂ ਵਿਛੜੇ। ਜਿੱਦਣ ਅਸੀਂ ਭਾਵੇਂ ਕਹਿ ਦਈਏ ਕਿ ਅਸੀਂ ਰੱਬ ਨਾਲੋਂ ਵਿਛੜੇ ਆ, ਵਿਛੇੜਾ ਦੂਰ ਕਰ ਲਈਏ। ਹੁਣ ਤੁਸੀਂ ਇਹ ਹਿਸਾਬ ਲਾ ਕੇ ਦੇਖਿਓ, ਇਹ ਵਿਚਾਰ ਕਰਕੇ ਦੇਖਿਓ ਕਿ ਜਿੱਦਣ ਰੱਬ ਨਾਲੋਂ ਅਸੀਂ ਵਿਛੜਾਂਗੇ ਨਾ, ਅਸੀਂ ਸਾਰੇ ਸੰਸਾਰ ਤੋਂ ਵਿਛੜ ਜਾਵਾਂਗੇ। ਵਿਛੜਨਾ ਪਤਾ ਕੀ ਹੁੰਦਾ? ਆਪਾਂ ਥੋੜੀ ਜਿਹੀ ਇਹਦੀ ਵਿਚਾਰ ਕਰ ਲਈਏ। ਵਿਛੜਨਾ ਹੁੰਦਾ ਆ ਮਾਂ ਬਾਪ ਨਾਲੋਂ, ਵਿਛੜਨਾ ਹੁੰਦਾ ਭੈਣ ਭਰਾਵਾਂ ਨਾਲੋਂ, ਵਿਛੜਨਾ ਹੁੰਦਾ ਹੈ ਸਕੀ ਸੰਬੰਧੀਆਂ ਨਾਲੋਂ, ਵਿਛੜਨਾ ਹੁੰਦਾ ਸੰਸਾਰ ਨਾਲੋਂ। ਰੱਬ ਤੋਂ ਨਹੀਂ ਕਦੇ ਵਿਸਰਿਆ ਜਾ ਸਕਦਾ, ਉਹਦੇ ਨਾਲ ਕਦੇ ਵਿਛੋੜਾ ਨਹੀਂ ਪੈ ਸਕਦਾ। ਉਹ ਹੈ ਤਾਂ ਅਸੀਂ ਹਾਂ, ਸਾਰਾ ਸੰਸਾਰ ਹੈ। ਜਿੱਦਣ ਉਹਨੇ ਸਾਨੂੰ ਵਿਛੋੜਿਆ ਨਾ, ਉਧਰ ਚਾਰ ਭਰਾਵਾਂ ਨੇ ਸਾਨੂੰ ਚੁੱਕ ਕੇ ਲੈ ਜਾਣਾ। ਉਹਦੇ ਅਸੀਂ ਇੱਕ ਗੱਲ ਅਸੀਂ ਇੱਕ ਪਾਸੇ ਕਹਿੰਦੇ ਹਾਂ ਵੀ ਉਹ ਕਣ ਕਣ ਵਿੱਚ ਮੌਜੂਦ ਹੈ, ਉਹ ਹਰ ਜੀਵ ਦੇ ਅੰਦਰ ਮੌਜੂਦ ਹੈ। ਫਿਰ ਵਿਛੜੇ ਕਿੱਥੋਂ ਹੋਏ ਬਈ? ਛੋਟੀ ਜਿਹੀ ਵਿਚਾਰ ਕਰ ਲਈ ਆਪਾਂ ਵੀ ਵਿਛੜੇ ਕਿੱਥੇ ਆ? ਜਦੋਂ ਕਣ ਕਣ ਵਿੱਚ ਮੌਜੂਦ ਹੈ, ਹਰ ਜਗ੍ਹਾ ਤੇ ਮੌਜੂਦ ਹੈ, ਸਾਡੇ ਅੰਦਰ ਮੌਜੂਦ ਹੈ। ਉਹ 84 ਲੱਖ ਜੀਵਾਂ ਦੇ ਅੰਦਰ ਕੀੜੀ ਤੋਂ ਲੈ ਕੇ ਹਾਥੀ, ਪਾਪ ਸੂਖਸ਼ਮ ਤੋਂ ਲੈ ਕੇ ਕੀੜੀ ਦਾ ਵੀ ਸਰੂਪ ਦਿਖਦਾ ਹੈ, ਕੀੜੀ ਦਾ ਵੀ ਸਰੂਪ ਦਿਸਦਾ ਹੈ। ਉਹ ਜੀਵ ਜਿਨ੍ਹਾਂ ਦਾ ਸਰੀਰ ਅਦ੍ਰਿਸ਼ਟ ਹੈ, ਸਾਨੂੰ ਇਹਨਾਂ ਨੰਗੀਆਂ ਅੱਖਾਂ ਦੇ ਨਾਲ ਨਹੀਂ ਦਿਸਦਾ,
ਉਹਨਾਂ ਜੀਵਾਂ ਵਿੱਚ ਵੀ ਉਹ ਬੈਠਾ ਹੋਇਆ। ਫਿਰ ਉਹ ਕਿੰਨਾ ਕੁ ਸੂਖਮ ਉਹ ਕਿੰਨਾ ਕੁ ਸੂਖਮ ਹੋਊਗਾ। ਜਿਹੜੇ ਜੀਵ ਸਾਨੂੰ ਨਹੀਂ ਦਿਸਦੇ ਅੱਖਾਂ ਦੇ ਨਾਲ, ਸਾਨੂੰ ਕਿਸੇ ਯੰਤਰ ਦੀ ਸਹਾਇਤਾ ਲੈਣੀ ਪੈਂਦੀ ਹੈ, ਤੇ ਉਹ ਅਕਾਲ ਪੁਰਖ ਕਿੰਨਾ ਕੁ ਸੂਖਮ ਹੋ ਕੇ ਬੈਠਾ ਉਸ ਦੇ ਵਿੱਚ ਕਿੰਨਾ ਕੁ ਸੂਖਮ ਹੋਊਗਾ। ਅਸੀਂ ਉਹਨੂੰ ਕਿਵੇਂ ਕਹਿ ਸਕਦੇ ਕਿ ਅਸੀਂ ਉਹਦੇ ਨਾਲੋਂ ਵਿਛੜੇ ਹਾਂ ਜਾਂ ਵਿਛੜਿਆਂ ਨੂੰ ਜੋੜਦੇ ਹਾਂ। ਇੱਕ ਪ੍ਰਚਲਿਤ ਸ਼ਬਦ ਹੋ ਗਿਆ ਜਾਂ ਜੋੜਨਾ ਹੋ ਗਿਆ। ਹਰ ਜੀਵ ਤਾਂ ਜੁੜਿਆ ਉਹਦੇ ਨਾਲ। ਜਦੋਂ ਹਰ ਜੀਵ ਦੇ ਵਿੱਚ ਵਸ ਰਿਹਾ ਹੈ ਤੇ ਹਰ ਜੀਵ ਦੇ ਨਾਲ ਉਹ ਜੁੜਿਆ, ਜੀਵ ਉਹਦੇ ਨਾਲ ਜੁੜਿਆ। ਦਰਅਸਲ ਪਤਾ ਇਹਦੇ ਪਿੱਛੇ ਇੱਕ ਰਾਜ ਹੈ। ਜਿੱਦਾਂ ਭਗਤ ਕਬੀਰ ਰਵਿਦਾਸ ਸਾਹਿਬ ਨੇ ਵੀ ਇਹ ਗੱਲ ਕਹੀ। ਵੈਸੇ ਸਾਰੇ ਗੁਰੂ ਪੀਰਾਂ ਨੇ ਕਹੀ ਆ ਇਹ ਗੱਲ, ਕੋਈ ਇਕੱਲੇ ਰਵਿਦਾਸ ਭਗਤ ਜੀ ਨੇ ਨਹੀਂ ਕਹੀ। ਆਮ ਭਗਤਾਂ ਨੇ, ਗੁਰੂਆਂ ਨੇ, ਪੀਰਾਂ ਨੇ, ਅਵਤਾਰਾਂ ਨੇ ਗੱਲ ਕਹੀ। ਤੇ ਭਗਤ ਸਾਹਿਬ ਨੇ ਵੀ ਉਹ ਗੱਲ ਕਹਿਤੀ, ਰਵਿਦਾਸ ਸਾਹਿਬ ਨੇ। ਉਹ ਕਹਿੰਦੇ ਜਨਮ ਜਨਮ ਕੇ ਵਿਛੜੇ ਥੇ ਮਾਧੋ, बहुत जन्म बिछड़े थे माधो, ये जन्म तुम्हारे लेखे। वो विछड़दा भाव पता की है, असी उन्होंने भुल गए हाँ, विछड़े नहीं उहदे कोलों, ना वो साडे तो विछड़िया होया है। असी उहदे विच, वो साडे विच है। जिहड़े धन गुरु नानक साहब दी असी कथा कहानियां कर रहे ना, जिस धन गुरु नानक साहब दियां जीवन दियां आपां कथा कहानियां कर रहे हैं, वो कहते असी जुड़े हुए हैं, असी विछड़े नहीं, असी उहदे नाल मिले हुए हैं, उहदे कोल रह रहे हैं, उहदे नाल एक मिक है। असी पता की क्या गुरु नानक साहब पातशाह ने, वो कहते जात में जोत, जोत में जाता। सादा ही शब्द है पैरो। जिन्नियां संसार ते जोतां, असड़ दीवे नहीं, दीवा जगा के ने जोत जगाती, ये जोत नहीं, ये जोत उस अकाल पुरख दी जोत दी एक निशानी मान लीए असी। ये जोत प्रकाश दे रही है, लेकिन जोत जिहड़ी उस अकाल पुरख दी साडे अंदर जोत है, वो प्रकाशमान नहीं, वो बाहर प्रकाश नहीं कर रही, अंदर ते प्रकाश है ना मात्र, जग रही है जोत। क्योंकि वो जोत जगदी आ ਤਾਂ ਹੀ ਅਸੀਂ ਸਾਡਾ ਸਰੀਰ ਹਰਕਤ ਵਿੱਚ ਹੈ। ਉਹਦੀ ਜੋਤ ਜਗਦੀ ਤਾਂ ਹੀ ਅਸੀਂ ਕੁਝ ਕਰ ਸਕਦੇ ਹਾਂ, ਤਾਂ ਹੀ ਬੋਲ ਰਹੇ ਅਸੀਂ। ਪ੍ਰਕਾਸ਼ ਹੋ ਜਾਣਾ ਵੱਖਰੀ ਗੱਲ ਹੈ। ਪ੍ਰਕਾਸ਼ ਦਾ ਦੂਰ ਤੱਕ, ਜਿਸ ਤਰ੍ਹਾਂ ਸੂਰਜ ਤੋਂ ਸੂਰਜ ਦੇ ਪ੍ਰਕਾਸ਼ ਨੂੰ ਪ੍ਰਕਾਸ਼ ਕਹਿੰਦੇ। ਜੋਤ ਟਿਮਟਮਾਰੀ ਸਭ ਜੀਵਾਂ ਦੇ ਅੰਦਰ, पर भागा वाले दे अंदर जिहदी भाग लड़ी चंगी होवे, ਉਹਦੇ अंदर वो जोत थोड़ी जी प्रकाशमान हो जाती। वो फिर आप नूं भी रस्ता दसन लग जाती है, आप नूं भी रस्ता दसन लग जाती है, और होरनां नूं भी मार्ग दिखाउण लग जाती है। जितना भगत कबीर साहब ने कहा ना, हाथ दीप कुएं पर, कहते हथ विच दीवा होवे, हथ विच दीवा होवे,
ਦੀਵੇ ਦਾ ਕੀ ਕੰਮ ਸੀ? ਪ੍ਰਕਾਸ਼ ਦੇਣਾ। ਪ੍ਰਕਾਸ਼ ਦਾ ਕੀ ਕੰਮ ਸੀ? ਰਾਹ ਦਿਖਾਉਣਾ। ਤੇ ਜੇ ਫੇਰ ਬੰਦਾ ਉਸ ਪ੍ਰਕਾਸ਼ ਨੂੰ ਦੇਖੇ ਨਾ, ਉਸ ਪ੍ਰਕਾਸ਼ ਤੋਂ ਕੰਮ ਨਾ ਲਵੇ ਤੇ ਖੂਹ ਵਿੱਚ ਡਿੱਗ ਜਾਵੇ, ਉਹਨੂੰ ਕੀ ਕਹਾਂਗੇ ਆਪਾਂ? ਅੰਨਾ। ਅੰਨਾ ਕਹਿ ਸਕਦੇ ਆਪਾਂ ਵੀ ਹੱਥ ਵਿੱਚ ਪ੍ਰਕਾਸ਼ ਲਈ ਫਿਰਦਾ ਏ, ਡਿੱਗਦਾ ਖੂਹ ਵਿੱਚ। ਉਹ ਕਿਹੜੇ ਖੂਹ ਵੀ ਡਿੱਗਦਾ ਹੈ? ਸਾਡੇ ਕੋਲ ਉਸ ਮਾਲਕ ਦੀ ਜੋਤ ਹੈ, ਉਹਨੇ ਸਾਨੂੰ ਅਕਲ ਬੁੱਧ ਦਿੱਤੀ ਹੈ। ਅਸੀਂ ਜਾਣ ਕੇ ਵਿਸ਼ੇ ਵਿਕਾਰਾਂ ਵਿੱਚ ਡਿੱਗਾਂਗੇ, ਉਸ ਮਾਲਕ ਦੀ ਜੋਤ ਦਾ ਕੋਈ ਨੁਕਸ ਨਹੀਂ ਹੈ, ਉਹਦਾ ਕੋਈ ਕਸੂਰ ਨਹੀਂ ਮਾਲਕ ਦੀ ਜੋਤ ਦਾ। ਉਹਨੇ ਸਾਨੂੰ ਥੋੜੀ ਜਿਹੀ ਜੋਤ ਜਿਹੜੀ ਬਲ ਬੁੱਧੀ ਹੈ ਨਾ, ਇਹ ਦਿੱਤੀ ਹੋਈ ਸਾਨੂੰ। ਬੁੱਧੀ ਦਾ ਕੀ ਕੰਮ ਹੈ? ਧਿਆਨ ਲਾਉਣਾ ਕਿਸੇ ਪਾਸੇ, ਉਹਨੂੰ ਵਿਚਾਰਨਾ। ਹੁਣ ਦੀਵਾ ਸਾਡੇ ਹੱਥ ਵਿੱਚ, ਅਸੀਂ ਵਿਚਾਰਦੇ ਕੀਤੀ ਮੈਂ ਇਸ ਪ੍ਰਕਾਸ਼ ਤੋਂ ਕੰਮ ਲੈ ਲਵਾਂ, ਤਾਂ ਖੂਹ ਵਿੱਚ ਡਿੱਗਿਆ। ਰੱਬ ਦੀ ਜਿਹੜੇ ਸਾਡੇ ਅੰਦਰ ਜੋਤ ਆ, ਬੁੱਧੀ ਰੂਪੀ, ਉਹ ਜੋਤ ਤੋਂ ਅਸੀਂ ਕੰਮ ਲੈਣਾ ਸੀ, ਪਰ ਫਿਰ ਵਿਸ਼ੇ ਵਿਕਾਰਾਂ ਵਿੱਚ ਫਿਰ ਦਿੰਦੇ ਆ, ਚੁਗਲੀ ਝੂਠ ਵਿੱਚ, ਪਾਪਾਂ ਅਪਰਾਧਾਂ ਵਿੱਚ ਫਿਰ ਵੀ ਗਰਸੇ ਹੋਏ ਨਾ, ਕਿਉਂਕਿ ਅਸੀਂ ਉਸ ਜੋਤ ਤੋਂ ਕੰਮ ਨਹੀਂ ਲੈ ਸਕੇ। ਇਸ ਵਾਸਤੇ ਅਸੀਂ ਉਹਨੂੰ ਵਿਛੜੇ ਨਹੀਂ, ਉਹ ਤੋਂ ਦੂਰ ਨਹੀਂ ਹੋਏ, ਅਸੀਂ ਨਾ ਹੀ ਹੋ ਸਕਦੇ ਕਦੇ। ਜਿੰਨਾ ਚਿਰ ਸਾਡਾ ਇਹ ਤਨ ਹੈ ਨਾ, ਬਾਲ ਸਥੂਲ ਰੂਪ ਵੀ ਦਿਸ ਰਿਹਾ। ਇੱਕ ਗੱਲ ਹੋਰ ਕਹਿ ਦਵਾਂ, ਤਨ ਸਾਡਾ ਜਦੋਂ ਉਹਦੀ ਜੋਤ ਸਾਡੇ ਵਿੱਚੋਂ ਨਿਕਲ ਗਈ ਨਾ, ਜਦੋਂ ਸਾਡੇ ਨਾਲੋਂ ਦੂਰ ਹੋਇਆ, ਤਨ ਰਹੂਗਾ, ਹੱਥ ਪੈਰ ਅੱਖਾਂ ਸਭ ਕੁਝ ਰਹੂਗਾ, ਪਰ ਉਹਨੇ ਆਪਣੀ ਉਹ ਜੋਤ, ਆਪਦਾ ਨੂਰ ਜਿਹੜਾ ਹੈ, ਜਿੱਦਣ ਸਾਡੇ ਵਿੱਚੋਂ ਉਹਨੇ ਕੱਢ ਲਿਆ, ਉਧਰ ਸਾਡੇ ਨਾਲੋਂ ਵਿਛੜੂਗਾ। ਅਸੀਂ ਉਧਰ ਉਹਦੇ ਨਾਲੋਂ ਵਿਛੜਾਂਗੇ। ਇਹ ਗੱਲ ਵੱਖਰੀ ਹੈ। ਫਿਰ ਸਾਨੂੰ ਨਵਾਂ ਜੀਵਨ ਮਿਲ ਜਾਵੇ, ਫਿਰ ਸਾਡੇ ਆਪਸ ਵਿੱਚ ਸੰਬੰਧ ਜੁੜ ਜਾਣ। ਜਿੰਨਾ ਚਿਰ ਸਾਡਾ ਤਨ ਦੇ ਵਿੱਚ ਹਰਕਤ ਹੈ, ਸਾਡਾ ਦਿਲ ਜਿਹੜਾ ਕੰਮ ਕਰ ਰਿਹਾ, ਚੱਲ ਰਿਹਾ ਹੈ, ਉਹਨਾਂ ਤੇ ਸਿੱਧਾ ਜਿਹਾ ਹਿਸਾਬ ਹੈ ਕਿ ਅਸੀਂ ਉਹਨੂੰ ਵਿਛੜਿਆ ਹੋਇਆ ਨਹੀਂ ਕਹਿ ਸਕਦੇ, ਅਸੀਂ ਉਹਦੇ ਨਾਲ ਵਿਛੜੇ ਹੋਏ ਨਹੀਂ ਕਹਿ ਸਕਦੇ। ਉਦੋਂ ਤਨ ਕਰਕੇ ਸਾਨੂੰ, ਜਦੋਂ ਅਸੀਂ ਮਰ ਜਾਵਾਂਗੇ, ਸਿੱਧੀ ਜੀ ਗੱਲ, ਉਦੋਂ ਉਹ ਸਾਡੇ ਤੋਂ ਬਾਹਰੀ ਰੂਪ ਦੇ ਤੌਰ ਤੋਂ ਵਿਛੜ ਜਾਊਗਾ, ਆਤਮਾ ਦੇ ਤੌਰ ਤੇ ਫਿਰ ਵੀ ਨਹੀਂ ਸਾਡੇ ਨਾਲ ਵਿਛੜਦਾ। ਤਨ ਕਰਕੇ ਵਿਛੜ ਜਾਊਗਾ, ਪਰ ਆਤਮਾ ਕਰਕੇ ਫਿਰ ਵੀ ਸਾਡੇ ਨਾਲ ਹੋਊਗਾ, ਕਿਉਂਕਿ ਆਤਮਾ ਤੇ ਅਮਰ ਅਜਰ ਹੈ ਨਾ, ਇੱਥੇ ਮਰਦੀ ਛੱਡਦੀ ਨਹੀਂ। ਇਸ ਵਾਸਤੇ ਅਸੀਂ ਉਹਨੂੰ ਭੁੱਲ ਗਏ ਹਾਂ, ਹੈ ਸਾਡੇ ਕੋਲ, ਪਰ ਭੁੱਲ ਗਏ, ਤਾਂ ਹੀ ਦੁਖੀ ਹੋ ਰਹੇ ਨੇ। ਗੱਲ ਤਾਂ ਆਪਾਂ ਦੁੱਖਾਂ ਤੋਂ ਬਚਣ ਦੀ ਗੱਲ ਕਰ ਰਹੇ ਨਾ, ਗੱਲ ਤਾਂ ਆਪਾਂ ਦੁੱਖਾਂ ਤੋਂ ਬਚਣ ਦੀ ਕਰ ਰਹੇ ਨਾ, ਵੀ ਦੁੱਖਾਂ ਤੋਂ ਕਿਵੇਂ ਬਚਿਆ ਜਾਂਦਾ। ਤੇ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਸਾਡੇ ਤਨ ਨੂੰ ਨਹੀਂ ਹੈ, ਮਨ ਨੂੰ ਆ, ਉਸ ਉਤਰਦੀ ਨਹੀਂ, ਮਨ ਸ਼ੁੱਧ ਨਹੀਂ ਹੁੰਦਾ, ਮਨ ਸਾਫ਼ ਨਹੀਂ ਹੁੰਦਾ, ਉਹਨਾਂ ਦੇ ਦੁੱਖ ਸਹਾਰਦੇ ਰਹਾਂਗੇ ਆਪਾਂ।
ਤੇ ਕਾਰਨ ਕੀ, ਅਸੀਂ ਜਿੰਨਾ ਚਿਰ ਮਨ ਸਾਫ਼ ਨਹੀਂ ਹੁੰਦਾ ਨਾ ਚਿਰ ਭੁੱਲੇ ਆ ਤੇ ਭੁੱਲੇ ਰਹਾਂਗੇ। ਹੈ ਕੋਲ ਇੱਕ ਉਦਾਹਰਨ ਦੇਵਾਂ, ਸਾਡੀ ਜੇਬ 'ਚ ਕੋਈ ਕਾਗਜ਼ ਹੈ, ਹੋਰ ਵੀ ਕਾਗਜ਼ ਸਾਡੀ ਜੇਬ ਵਿੱਚ ਹੋਣਗੇ, ਇੱਕ ਕਿਸੇ ਕਾਗਜ਼ ਦੀ ਸਾਨੂੰ ਲੋੜ ਹੈ ਤੇ ਮੈਨੂੰ ਪਤਾ ਨਹੀਂ ਮੈਂ ਜੇਬ 'ਚ ਪਾਇਆ, ਲਈ ਮੈਂ ਜੇਬ 'ਚ ਫਿਰਦਾ ਉਹਨੂੰ, ਪਾਈ ਜੇਬ 'ਚ ਫਿਰਦਾ ਉਸ ਕਾਗਜ਼ ਨੂੰ, ਲੱਭਦਾ ਘਰ ਵਿੱਚ ਫਿਰਦਾ, ਲੱਭਦਾ ਘਰ ਵਿੱਚ ਫਿਰਦਾ ਉਹਨੂੰ। ਤਾਂ ਹੀ ਪਾਤਸ਼ਾਹ ਨੇ ਕਹਿੰਦਾ ਉਹ ਤੇਰੇ ਅੰਦਰ ਤੋਂ ਬਾਹਰ ਲੱਭਦਾ ਫਿਰਦਾ ਉਹਨੂੰ, ਕਿਉਂਕਿ ਸਾਡੀ ਚੀਜ਼ ਸਾਡੇ ਕੋਲ ਸੀ, ਅਸੀਂ ਉਹਨੂੰ ਵੀ ਭੁੱਲ ਗਏ। ਸਾਡੇ ਘਰ ਵਿੱਚ ਕੋਈ ਸਮਾਨ ਪਿਆ, ਸਾਨੂੰ ਜ਼ਰੂਰਤ ਹੈ ਉਹਦੀ, ਸਾਡੇ ਧਿਆਨ 'ਚੋਂ ਨਿਕਲ ਗਿਆ, ਸਾਡੇ ਉਹ ਧਿਆਨ 'ਚੋਂ ਨਿਕਲ ਗਿਆ, ਅਸੀਂ ਉਹਨੂੰ ਭੁੱਲ ਗਏ ਵੀ ਕਿੱਥੇ ਰੱਖਿਆ ਸੀ। ਹੈ ਤਾਂ ਘਰੇ ਹੀ ਹੈ ਨਾ, ਉਹ ਵਰਤ ਨਹੀਂ ਗਿਆ, ਉਹ ਘਰੇ ਆ ਪਰ ਰੱਖ ਕੇ ਭੁੱਲ ਗਏ। ਅਸੀਂ ਉਸ ਅਕਾਲ ਪੁਰਖ ਨੂੰ ਭੁੱਲੇ ਆ, ਪਹਿਲਾਂ ਵਿਛੜੇ ਨਹੀਂ। ਵਿਛੜਦੇ ਹੁੰਦੇ ਆ ਸਾਗ ਸੰਬੰਧੀ, ਪਰਿਵਾਰ, ਭੈਣ ਭਰਾ, ਉਹ ਵਿਛੜਦੇ, ਵਿਛੜੇ ਹੋਏ ਤੇ ਮਿਲ ਸਕਦੇ ਆ, ਔਰ ਉਹਨਾਂ ਦੀ ਯਾਦ ਨਹੀਂ ਭੁੱਲਦੀ। ਪਰਮੇਸ਼ਰ ਦੀ ਅਸੀਂ ਯਾਦ ਭੁੱਲ ਗਏ ਹਾਂ ਤੇ ਪਰਿਵਾਰ ਨਾਲ ਵਿਛੜੇ ਹੋਏ ਵੀ ਉਹਦੀ ਯਾਦ ਨਹੀਂ ਭੁੱਲੇ। ਪੁੱਤਰ, ਮਾਂ ਪਿਓ, ਪੁੱਤਰ ਧੀ ਵਿਦੇਸ਼ ਚਲੇ ਗਏ, ਵਿਛੋੜਾ ਪੈ ਗਿਆ, ਜਿੰਦਿਆਂ ਜੀ ਵਿਛੋੜਾ ਪੈ ਗਿਆ, ਤਨ ਕਰਕੇ ਵਿਛੋੜਾ ਪੈ ਗਿਆ। ਉਹਦੀ ਯਾਦ ਮੌਜੂਦ ਹੈ, ਉਹਦੀ ਯਾਦ ਮੌਜੂਦ ਹੈ, ਤੇ ਜਿਹਦੇ ਨਾਲੋਂ ਅਸੀਂ ਵਿਛੜੇ ਨਹੀਂ ਉਹ ਸਾਡੀ ਯਾਦ ਵਿੱਚ ਨਹੀਂ ਹੈ। ਜਿਹਦੇ ਨਾਲੋਂ ਅਸੀਂ ਵਿਛੜੇ ਨਹੀਂ ਉਹ ਸਾਡੀ ਯਾਦ ਵਿੱਚ ਨਹੀਂ ਆਇਆ, ਜਿਹਦੇ ਨਾਲੋਂ ਅਸੀਂ ਵਿਛੜ ਗਏ ਉਹ ਸਾਡੀ ਯਾਦ ਵਿੱਚ ਹੈ। ਪਰਿਵਾਰ ਨਾਲੋਂ ਵਿਛੜੇ ਉਹ ਯਾਦ ਵਿੱਚ ਹੈ, ਪਰ ਉਸ ਮਾਲਕ ਨਾਲੋਂ ਅਸੀਂ ਵਿਛੜੇ ਤੋਂ ਯਾਦ ਵਿੱਚ ਨਹੀਂ, ਹੈ ਸਾਡੇ ਕੋਲ। ਤੇ ਪਾਤਸ਼ਾਹ ਸਾਨੂੰ ਕਰਮ ਦੇ ਨਾਲ ਜੋੜਦੇ, ਪਾਤਸ਼ਾਹ ਸਾਨੂੰ ਕਰਮ ਦੇ ਨਾਲ ਜੋੜਦੇ ਆ, ਤਨ ਦੇ ਕਰਕੇ ਵੀ ਕਰਮ ਨਾਲ ਜੋੜਦੇ ਆ ਤੇ ਮਨ ਦੇ ਨਾਲ ਵੀ ਕਰਮ ਨੂੰ ਜੋੜਦੇ ਆ। ਤਨ ਮਨ ਤੋਂ ਬਗੈਰ ਨਹੀਂ ਰਹਿ ਸਕਦਾ ਤੇ ਮਨ ਤਨ ਤੋਂ ਬਗੈਰ ਨਹੀਂ ਰਹਿ ਸਕਦਾ। ਯਾਦ ਰੱਖਣ ਵਾਲੀ ਗੱਲ ਪਿਆਰੋ, ਮਨ ਜਿਹੜਾ ਹੈ ਉਹ ਕੁਝ ਇੰਦਰੀਆਂ ਰਾਹੀਂ ਕੰਮ ਕਰਦਾ ਹੈ। ਮਨ ਰਾਜਾ ਹੈ ਸਾਡੇ ਸਰੀਰ ਦਾ, ਉਹ ਦੇਖਦਾ ਹੈ। CID ਕੌਣ ਦਿੰਦਾ ਨੂੰ? ਕੌਣ CID ਦਿੰਦਾ ਮਨ ਨੂੰ ਵੀ ਆਹ ਕੰਮ ਕਰ, ਆਹ ਕੰਮ ਕਹੇ ਸਰੀਰ ਨੂੰ ਕਰਦਾ। ਅੱਖਾਂ ਨੇ ਕੁਝ ਦੇਖਿਆ, ਅੱਖਾਂ ਨੇ CID ਦਿੱਤੀ, ਭਾਵ ਮਨ ਤੱਕ ਗੱਲ ਪਹੁੰਚਾਈ ਵੀ ਆਹ ਚੀਜ਼ ਬੜੀ ਪਿਆਰੀ। ਤੇ ਮਨ ਹੁਣ ਸੰਸਾਰ ਦੀ ਮਾਇਆ ਨਾਲ ਰਲ ਕੇ ਉਹ ਜਿਹਾ ਹੋ ਗਿਆ। ਮਨ ਸੰਸਾਰ ਦੀ ਮਾਇਆ ਦੇ ਨਾਲ ਰਲ ਕੇ ਉਹ ਜਿਹਾ ਹੋ ਗਿਆ। ਹੈਗਾ ਤਾਂ ਰੱਬ ਦਾ ਰੂਪ ਸੀ, ਦੂਜਾ ਰੂਪ। ਪਾਤਸ਼ਾਹ ਨੇ ਕਹੀ ਇਹ ਗੱਲ ਗੁਰਬਾਣੀ ਵਿੱਚ ਸਾਨੂੰ ਜੋੜ ਦੇ ਕੇ ਗੱਲ ਕਹੀਏ, ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਇਹ ਮਨਾ ਤੂੰ ਰੱਬ ਦਾ ਰੂਪ ਹੈ। ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਦੇਖ, ਪਰ ਸੰਸਾਰ ਦੀ ਮਾਇਆ ਨਾਲ ਰਲ ਕੇ
ਅੱਖਾਂ ਨੇ ਦੱਸਿਆ ਨੂੰ ਜਾ ਕੇ ਕਿ ਪੁਰਾਣੀ ਚੀਜ਼ ਬਹੁਤ ਚੰਗੀ ਹੈ, ਰੱਖਣ ਵਾਲੀ। ਮਨ ਨੇ ਉਦੋਂ ਹੀ ਹੁਕਮ ਸਰੀਰ ਨੂੰ ਕਰਤਾ ਵੀ ਇਸ ਚੀਜ਼ ਨੂੰ ਪ੍ਰਾਪਤ ਕਰ, ਜਿੱਦਾਂ ਮਰਜ਼ੀ ਕਰ, ਹੀਰਾ ਫੇਰੀ ਕਰ, ਠੱਗੀ ਠੋਰੀ ਕਰ, ਇਹ ਚੀਜ਼ ਚਾਹੀਦੀ। ਤੇ ਸਮਾਂ ਜ਼ਿਆਦਾ ਹੋ ਗਿਆ, ਪਹਿਲੋਂ ਪਾਤਸ਼ਾਹ ਕਿਰਪਾ ਕਰੇ, ਜਿੱਥੇ ਪਾਤਸ਼ਾਹ ਸਾਨੂੰ ਹੋਰ ਵਿਚਾਰਾਂ ਦੇ ਕੇ ਸਾਨੂੰ ਸਮਝਾਉਣਾ ਚਾਹੁੰਦੇ ਆ, ਜਨਮ ਤੋਂ ਬਚਾਉਣਾ ਚਾਹੁੰਦੇ, ਉੱਥੇ ਕਰਮ ਕਰਕੇ ਵੀ ਪਾਤਸ਼ਾਹ ਕਹਿੰਦੇ ਆਪਣਾ ਕਰਮ ਸੁਧਾਰਦਾ ਹੈ, ਕਰਮ ਨੂੰ ਠੀਕ ਕਰਦਾ, ਦੁੱਖਾਂ ਸੁੱਖਾਂ ਤੋਂ ਬਚ ਜਾਣਾ। ਇੰਨੀ ਵਿਚਾਰਾਂ ਪ੍ਰਮਾਣ ਕਰਦੀਆਂ ਹੋਈਆਂ ਫੁੱਲਾਂ ਦੀ ਖਿਮਾ ਬਖਸ਼ ਕਰਦੇ। ਕੱਲ੍ਹ ਨੂੰ ਜੋ ਆਪਣੇ ਦੇ ਪਾਤਸ਼ਾਹ ਕਿਰਪਾ ਕਰਨਗੇ ਉਹ ਜੀ ਆਪਾਂ ਕੱਲ੍ਹ ਨੂੰ ਵਿਚਾਰ ਕਰ ਦੇਵਾਂਗੇ। ਆਓ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ